ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਜੋ ਸਰਬੱਤ ਸਿੱਖ ਸੰਗਤਾਂ ਬੜੇ ਪਿਆਰ ਦੇ ਨਾਲ, ਬੜੇ ਸਤਿਕਾਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਦਾ ਆਸਰਾ ਲੈਂਦਿਆਂ ਹੋਇਆਂ, ਉਹਨਾਂ ਦੀ ਬਾਣੀ ਨੂੰ ਸਮਝਦਿਆਂ ਹੋਇਆਂ ਜੋ ਸਰਬੱਤ ਸੰਗਤਾਂ ਮਨਾਉਂਦੀਆਂ ਹਨ, ਉਹਦੇ ਵਿੱਚੋਂ ਕੁਝ ਕੁ ਵਿਚਾਰਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਨ ਦੀ ਸਾਡੀ ਜੋ ਕੋਸ਼ਿਸ਼ ਹੈ। ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ 1469 ਨੂੰ ਰਾਏ ਭੋਏ ਦੀ ਤਲਵੰਡੀ ਦੇ ਵਿਖੇ, ਜਿਸ ਨੂੰ ਅੱਜ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ, ਉੱਥੇ ਹੋਇਆ। ਔਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣਾ ਅਗਲਾ ਜੋ ਜੀਵਨ ਹੈ ਉਹ ਸੁਲਤਾਨਪੁਰ ਲੋਧੀ ਵਿਖੇ ਔਰ ਹਿੰਦੁਸਤਾਨ ਤੋਂ ਬਾਹਰ ਵੱਖ-ਵੱਖ ਥਾਵਾਂ ਦੇ ਉੱਤੇ ਉਦਾਸੀਆਂ ਕੀਤੀਆਂ ਜਦੋਂ ਸਤਿਗੁਰੂ ਜੀ ਨੇ, ਤੇ ਉੱਥੇ ਬਤੀਤ ਕੀਤਾ ਹੈ। ਜ਼ਿੰਦਗੀ ਦੇ ਅੰਤਿਮ ਸਾਲਾਂ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਰਤਾਰਪੁਰ, ਜੋ ਕਿ ਅੱਜ ਪਾਕਿਸਤਾਨ ਦੇ ਵਿੱਚ ਹੈ, ਮਹਾਰਾਜ ਜੀ ਦੇ ਵੱਲੋਂ ਆਪ ਵਸਾਇਆ ਹੋਇਆ ਇਹ ਸ਼ਹਿਰ ਹੈ। ਇੱਥੇ ਆ ਕੇ ਸਤਿਗੁਰੂ ਜੀ ਟਿਕ ਜਾਂਦੇ ਨੇ ਔਰ ਲਗਭਗ 18 ਕੁ ਸਾਲ ਦਾ ਸਮਾਂ ਸਤਿਗੁਰੂ ਜੀ ਨੇ ਇਸ ਅਸਥਾਨ ਦੇ ਉੱਤੇ ਬਤੀਤ ਕੀਤਾ ਹੈ। ਨੇੜੇ ਦੇ ਅਸਥਾਨਾਂ 'ਤੇ ਮਹਾਰਾਜ ਜੀ ਪ੍ਰਚਾਰ ਦੇ ਲਈ ਜਾਂਦੇ ਨੇ। ਔਰ ਇੱਥੇ ਕਿਉਂਕਿ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਲਹਿਣਾ ਜੀ ਦੇ ਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਸੇਵਾ ਕਰਦੇ ਰਹੇ, ਹੋਰ ਵੀ ਸਿੱਖ ਸਾਧੂ ਸੰਤ ਜਿਨ੍ਹਾਂ ਨੂੰ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅਜ਼ਮਤ ਦਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਿਰਪਾ ਦਾ ਪਤਾ ਲੱਗਦਾ ਹੈ, ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਲਈ ਕਰਤਾਰਪੁਰ ਆਉਂਦੇ ਰਹੇ ਨੇ। ਇਸ ਕਰਕੇ ਕਰਤਾਰਪੁਰ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੇਲੇ ਇੱਕ ਬੜੀ ਵੱਡੀ ਧਰਮਸ਼ਾਲਾ ਜੋ ਹੈ ਉਹ ਕਾਇਮ ਹੋ ਚੁੱਕੀ ਹੈ, ਜਿਹਨੂੰ ਭਾਈ ਗੁਰਦਾਸ ਸਾਹਿਬ ਜੀ ਦੇ ਸ਼ਬਦਾਂ ਦੇ ਵਿੱਚ ਅਸੀਂ ਜਦੋਂ ਪੜ੍ਹਦੇ ਹਾਂ ਤੇ ਉੱਥੇ ਉਹ ਕਹਿੰਦੇ ਨੇ ਕਿ ਕਰਤਾਰਪੁਰ ਦੇ ਵਿੱਚ ਸੋਦਰ ਤੇ ਆਰਤੀ ਤੇ ਜਾਪ ਜਿਹੜਾ ਹੈ, ਜਪਜੀ ਸਾਹਿਬ ਭਾਵ, ਇਹਦਾ ਉਚਾਰਨ ਹੁੰਦਾ ਹੈ। ਤੇ ਗੁਰਮੁਖਾਂ ਨੇ ਇੱਕ ਇਹੋ ਜਿਹਾ ਮਾਹੌਲ ਬਣਾ ਦਿੱਤਾ ਹੈ ਕਿ ਜਿਹਦੇ ਵਿੱਚ ਉਹਨਾਂ ਦੀਆਂ ਜੋ ਗੋਸ਼ਟੀਆਂ ਨੇ, ਉਹਨਾਂ ਦੀਆਂ ਗੋਸ਼ਟੀਆਂ ਦੇ ਨਾਲ ਵੀ ਹਨੇਰਾ ਦੂਰ ਹੋ ਜਾਂਦਾ ਹੈ। ਸੋ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਨਾਲ ਉਹਨਾਂ ਨੇ ਇਸ ਗੱਲ ਨੂੰ ਬੋਲਿਆ ਹੈ ਕਿ ਗੁਰਮੁਖ ਭਾਰ ਅਥਰ ਬਣ ਤਾਰਾ। ਗੁਰਮੁਖਾਂ ਨੇ ਅਥਰਵ ਵੇਦ ਦਾ ਭਾਰ ਉਤਾਰ ਦਿੱਤਾ, ਮਤਲਬ ਕਰਮ ਕਾਂਡਾਂ ਦਾ ਜੋ ਭਾਰ ਹੈ ਉਹ ਗੁਰਸਿੱਖਾਂ ਨੇ ਆਪਣੇ ਸਿਰ ਦੇ ਉੱਤੋਂ ਹਟਾ ਦਿੱਤਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਤਿਮ ਸਮੇਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਕਵੀ ਸੰਤੋਖ ਸਿੰਘ ਹੋਣਾ ਨੇ ਇਸ ਗੱਲ ਦਾ ਹਵਾਲਾ ਦਿੱਤਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਰਹਿਣ ਵਾਲੇ ਇੱਕ ਸਿੱਖ ਨੇ, ਜਿਨ੍ਹਾਂ ਦਾ ਨਾਮ ਹੈ ਭਾਈ ਸਧਾਰਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹਨਾਂ ਨੂੰ ਆਗਿਆ ਕੀਤੀ ਹੈ ਕਿ ਭਾਈ ਤੁਸੀਂ ਸਾਡੇ ਪੁੱਤਰਾਂ ਨੂੰ ਬੁਲਾ ਲਿਆਓ। ਤੇ ਜਦੋਂ ਭਾਈ ਸਧਾਰਨ ਪੁੱਤਰਾਂ ਨੂੰ ਬੁਲਾਉਣ ਗਏ ਤੇ ਫਿਰ ਉਹਨਾਂ ਨੇ ਅੱਗੋਂ ਟਾਲ ਮਟੋਲ ਕਰ ਦਿੱਤੀ ਕਿ ਅਜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਆਉਣ ਦੇ ਬਾਰੇ ਉਹਨਾਂ ਨੇ ਨਾ ਕਰ ਦਿੱਤੀ। ਇੱਕ ਤਰੀਕੇ ਦੇ ਨਾਲ ਭਾਈ ਸਧਾਰਨ ਨੂੰ ਸਤਿਗੁਰੂ ਨੇ ਦੁਬਾਰਾ ਭੇਜਿਆ ਹੈ, ਕਿਉਂਕਿ ਸਤਿਗੁਰੂ ਜੀ ਆਪਣੇ ਅੰਤਿਮ ਸਮੇਂ ਦੇ ਬਾਰੇ ਜਾਣਦੇ ਸੀ ਤੇ ਮਹਾਰਾਜ ਕੋਈ ਇੱਦਾਂ ਦੀ ਕਲਾ ਵਰਤਾਉਣੀ ਚਾਹੁੰਦੇ ਸੀ ਜੋ ਸਿੱਖ ਸੰਗਤ ਦੇ ਲਈ ਪੂਰਨੇ ਪਾਉਣ ਵਾਲੀ ਹੋਵੇ, ਸਮਝਣ ਵਾਲੀ ਹੋਵੇ। ਔਰ ਕਹਿੰਦੇ ਨੇ ਜਿਸ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਣੇ ਅੰਤਿਮ ਸਮੇਂ ਦੇ ਉੱਤੇ ਆਏ ਨੇ ਤੇ ਮਾਤਾ ਸੁਲੱਖਣੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਬੈਠੇ ਹੋਏ ਨੇ, ਤੇ ਜਦੋਂ ਫਿਰ ਇੱਕ ਵਾਰ ਪੁੱਤਰਾਂ ਨੂੰ ਬੁਲਾਇਆ ਗਿਆ ਤੇ ਮਾਤਾ ਸੁਲੱਖਣੀ ਜੀ ਦੇ ਵੱਲੋਂ ਵੀ ਸੁਨੇਹਾ ਭੇਜਿਆ ਗਿਆ, ਤੇ ਫਿਰ ਜਦੋਂ ਆ ਰਹੇ ਨੇ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਆ ਕੇ ਬੈਠ ਜਾਂਦੇ ਨੇ। ਕਵੀ ਸੰਤੋਖ ਸਿੰਘ ਕਹਿੰਦੇ ਨੇ ਕਿ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਮੁਖਾਰਬਿੰਦ ਤੋਂ
ਬਚਨ ਉਚਾਰੇ ਨੇ ਕਿ ਸੱਚੇ ਪਾਤਸ਼ਾਹ ਤੁਸੀਂ ਸਾਰੀ ਦੁਨੀਆ ਦਾ ਭਲਾ ਕਰਨ ਵਾਲੇ ਹੋ, ਸਾਰੀ ਦੁਨੀਆ ਨੂੰ ਲਾਭ ਪਹੁੰਚਾਉਣ ਵਾਲੇ ਹੋ। ਦੁਨੀਆ ਤੁਹਾਡੇ ਦਰਸ਼ਨ ਕਰਕੇ ਤ੍ਰਿਪਤ ਹੁੰਦੀ ਰਹੀ ਹੈ। ਔਰ ਜਦੋਂ ਹੁਣ ਅੰਤਿਮ ਸਮਾਂ ਤੁਹਾਡਾ ਆ ਗਿਆ ਹੈ, ਗੁਰਤਾ ਗੱਦੀ ਜੋ ਹੈ ਉਹ ਤੁਸੀਂ ਆਪਣੇ ਸੇਵਕ ਨੂੰ ਦੇ ਦਿੱਤੀ ਹੈ। ਤੁਹਾਡੇ ਕੋਲ ਆਪਣੇ ਬੱਚਿਆਂ ਨੂੰ ਦੇਣ ਦੇ ਲਈ ਕੀ ਹੈ? ਤੁਸੀਂ ਆਪਣੇ ਬੱਚਿਆਂ ਨੂੰ ਕੀ ਦੇ ਕੇ ਜਾ ਰਹੇ ਹੋ? ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਥੇ ਜੋ ਜਵਾਬ ਦਿੱਤਾ ਹੈ ਉਹ ਕਹਿੰਦੇ ਨੇ ਕਿ ਗੁਰਤਾ ਗੱਦੀ ਤੇ ਅਕਾਲ ਪੁਰਖ ਵਾਹਿਗੁਰੂ ਦੀ ਦਾਤ ਹੈ। ਜਿਸ ਦਾ ਇਹ ਦੇਣਾ ਬਣਦਾ ਸੀ, ਜਿਸ ਨੂੰ ਇਹ ਗੁਰਤਾ ਗੱਦੀ ਦੇਣੀ ਬਣਦੀ ਸੀ, ਉਸ ਨੂੰ ਇਹ ਗੁਰਤਾ ਗੱਦੀ ਅਕਾਲ ਪੁਰਖ ਵਾਹਿਗੁਰੂ ਦੇ ਵੱਲੋਂ ਹੀ ਮਿਲੀ ਹੈ। ਔਰ ਰਹੀ ਗੱਲ ਤੁਹਾਡੀ, ਤੇ ਉੱਥੇ ਇਹ ਜਿਹੜੇ ਜਨਮ ਸਾਖੀਆਂ ਦੇ ਵਿੱਚ ਵੀ ਬਚਨ ਲਿਖੇ ਮਿਲਦੇ ਨੇ। ਕਵੀ ਸੰਤੋਖ ਸਿੰਘ ਹੁਣਾਂ ਨੇ ਵੀ ਇਸ ਗੱਲ ਨੂੰ ਬੋਲਿਆ ਹੈ ਕਿ ਭਾਈ ਫਕੀਰਾਂ ਦੇ ਜਿਹੜੇ ਕੁੱਤੇ ਹੁੰਦੇ ਨੇ ਉਹ ਵੀ ਭੁੱਖੇ ਨਹੀਂ ਮਰਦੇ। ਮਤਲਬ ਅਸੀਂ ਆਮ ਕਰਕੇ ਵੇਖਦੇ ਹਾਂ ਕਿ ਸਾਧੂ ਇੱਕ ਤੇ ਆਪ ਉਹਦੇ ਕੋਲ ਸੰਗਤ ਤੇ ਤ੍ਰਿਪਤ ਹੁੰਦੀ ਹੈ, ਪਰ ਸਾਧੂ ਦੇ ਦਰਬਾਰ ਦੇ ਵਿੱਚ ਰਹਿਣ ਵਾਲੇ ਹੋਰ ਕਿੰਨੇ ਜੀਵ ਨੇ ਜਿਹੜੇ ਉਹ ਰੱਜ ਜਾਂਦੇ ਨੇ ਸਾਧੂ ਦੀ ਸੰਗਤ ਦੇ ਵਿੱਚ ਰਹਿੰਦਿਆਂ ਹੋਇਆਂ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਤੁਸੀਂ ਗੁਰੂ ਪੁੱਤਰ ਹੋ, ਤੁਹਾਡਾ ਵੀ ਮਾਣ ਸੰਸਾਰ ਦੇ ਵਿੱਚ ਹੋਵੇਗਾ ਨਾਲ ਹੀ, ਪਰ ਜਿਹੜੀ ਗੁਰਤਾ ਗੱਦੀ ਦੀ ਦਾਤ ਹੈ ਉਹ ਸੇਵਕ ਦੀ ਹੈ ਤੇ ਉਹਨੂੰ ਸੇਵਕ ਨੇ ਹੀ ਪ੍ਰਾਪਤ ਕੀਤਾ ਹੈ। ਇਸ ਕਰਕੇ ਤੁਸੀਂ ਇਸ ਗੱਲ ਦੇ ਉੱਤੇ ਨਿਸ਼ਚਾ ਰੱਖਣਾ ਹੈ, ਇਸ ਗੱਲ ਦੇ ਉੱਤੇ ਪ੍ਰਤੀਤ ਰੱਖਣੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਲਾਗੇ ਜਿਹੜੇ ਸਿੱਖ ਬੈਠੇ ਹੋਏ ਨੇ ਉਹ ਇਸ ਗੱਲ ਤੋਂ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਮਹਾਰਾਜ ਜੀ ਜੋਤੀ ਜੋਤ ਸਮਾਉਣ ਵਾਲੇ ਨੇ, ਸੁਭਾਵਿਕ ਜੀ ਗੱਲ ਹੈ ਕਿ ਉਹਨਾਂ ਦਾ ਮਨ ਇਸ ਗੱਲ ਤੋਂ ਦੁਖੀ ਹੋਣਾ ਸ਼ੁਰੂ ਹੋਣਾ ਸੀ। ਉਹ ਸਿੱਖ ਜਿਹੜੇ ਨੇ ਉਹ ਵਿਰਲਾਪ ਕਰਨ ਲੱਗਦੇ ਨੇ ਤੇ ਮਹਾਰਾਜ ਜੀ ਫਿਰ ਇਸ ਗੱਲ ਤੋਂ ਰੋਕਦੇ ਨੇ, ਭਾਈ ਸੰਸਾਰ ਦੇ ਵਿੱਚ ਕੁਝ ਵੀ ਸਦੀਵੀ ਨਹੀਂ ਹੈ, ਹਰ ਇੱਕ ਚੀਜ਼ ਖਤਮ ਹੋ ਜਾਣ ਵਾਲੀ ਹੈ। ਹਰ ਇੱਕ ਚੀਜ਼ ਨੇ ਅੱਜ ਹੋਰ ਤੇ ਕੱਲ੍ਹ ਨੂੰ ਹੋਰ ਰੂਪ ਦੇ ਵਿੱਚ ਵਟ ਜਾਣਾ ਹੈ। ਸਰੀਰ ਹੈ, ਸਰੀਰ ਬਦਲੇਗਾ, ਸਰੀਰ ਬਿਨਸੇਗਾ। ਇਸ ਕਰਕੇ ਜਿਹੜਾ ਵੀ ਬੰਦਾ ਸ਼ਬਦ ਦੇ ਨਾਲ ਜੁੜਦਾ ਹੈ ਉਹ ਸਾਡੇ ਦਰਸ਼ਨ ਕਰੇਗਾ। ਮਹਾਰਾਜ ਜੀ ਨੇ ਸ਼ਬਦ ਦਾ ਉਪਦੇਸ਼ ਦਿੱਤਾ ਕਿ ਭਾਈ ਸ਼ਬਦ ਦੇ ਨਾਲ ਜੁੜੋ, ਔਰ ਜੇਕਰ ਤੁਸੀਂ ਸ਼ਬਦ ਦੇ ਨਾਲ ਜੁੜੋਗੇ ਤਾਂ ਤੁਹਾਡਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਵੇਗਾ। ਸਰੀਰਾਂ ਨੇ ਤੇ ਇੱਕ ਨਾ ਇੱਕ ਦਿਨ ਬਿਨਸਣਾ ਹੀ ਹੈ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੰਤਿਮ ਸਮੇਂ ਤੋਂ ਪਹਿਲਾਂ ਮਹਾਰਾਜ ਜੀ ਇੱਕ ਦਰਖਤ ਦੇ ਹੇਠਾਂ ਜਾ ਕੇ ਬਿਰਾਜੇ ਹਨ ਤੇ ਉੱਥੇ ਫਿਰ ਜੋ ਹੈ ਉਹ ਜੋ ਅਸੀਂ ਜਨਮ ਸਾਖੀਆਂ ਦਾ ਹਵਾਲਾ ਜੇਕਰ ਪੜ੍ਹਦੇ ਹਾਂ ਤੇ ਅਲਾਹਣੀਆਂ ਦਾ ਸ਼ਬਦ ਪੜ੍ਹਿਆ ਗਿਆ ਹੈ, ਧੰਨ ਸਿਰੰਦਾ ਸੱਚਾ ਪਾਤਸ਼ਾਹ ਦਿਨ ਜਗ ਧੰਦਾ ਲਾਇਆ। ਭਾਈ ਵੀਰ ਸਿੰਘ ਹੁਣਾਂ ਦਾ ਹਵਾਲਾ ਵਡਹੰਸ ਰਾਗ ਦਾ ਇਹ ਸ਼ਬਦ ਪੜ੍ਹਿਆ ਗਿਆ ਹੈ। ਉਸ ਤੋਂ ਉਪਰੰਤ ਆਰਤੀ ਵਾਲਾ ਸ਼ਬਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ। ਇਸ ਤੋਂ ਇਲਾਵਾ ਫਿਰ ਜਦੋਂ ਅਸੀਂ ਇਸ ਗੱਲ ਨੂੰ ਪੜ੍ਹਦੇ ਹਾਂ ਤੇ ਸਾਡੇ ਸਾਹਮਣੇ ਇਹ ਆ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਸ ਵੇਲੇ ਆਪਣੇ ਅੰਤਿਮ ਸਮੇਂ ਤੋਂ ਪਹਿਲਾਂ 12ਵਾਂ ਤੁਖਾਰੀ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਤੁਖਾਰੀ ਰਾਗ ਦੇ ਵਿੱਚ ਬਾਣੀ ਹੈ ਉਸ ਦਾ ਉਚਾਰਨ ਕੀਤਾ ਹੈ। ਬਾਬਾ ਬੁੱਢਾ ਸਾਹਿਬ ਵਰਗੇ ਹੋਰ ਜਿਹੜੇ ਸਿੱਖ ਨੇ, ਜਿੰਨੇ ਵੀ ਸਾਧੂ ਸੰਤ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਉਸ ਵੇਲੇ ਮਿਲਣ ਦੇ ਲਈ ਕਰਤਾਰਪੁਰ ਸਾਹਿਬ ਆਏ ਹੋਏ ਨੇ, ਇਹ ਸਾਰੇ ਸਿੱਖ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਨੇ ਤੇ ਇਸ ਤੋਂ ਉਪਰੰਤ ਸਤਿਗੁਰੂ ਜੀ ਲੇਟ ਜਾਂਦੇ ਹਨ ਤੇ ਇਸ ਤਰ੍ਹਾਂ ਮਹਾਰਾਜ ਜੀ ਆਪਣੇ ਜੋ ਸਵਾਸ ਹਨ ਉਹਨਾਂ ਨੂੰ ਛੱਡ ਜਾਂਦੇ ਨੇ। ਸਤਿਗੁਰੂ ਜੀ ਜੋਤੀ ਜੋਤ ਸਮਾ ਜਾਂਦੇ ਨੇ, ਜੋ ਸਾਡੇ ਸਾਹਿਤ ਦੇ ਵਿੱਚ ਇਹ ਸ਼ਬਦ ਦਿੱਤਾ ਹੋਇਆ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜਿਉਂਦੇ ਜੀ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਸਮਾਏ ਹੋਏ ਨੇ। ਇਸ ਕਰਕੇ ਜਿਹੜਾ ਸਰੀਰ ਦਾ ਸਫ਼ਰ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ 1469 ਤੋਂ ਲੈ ਕੇ ਤੇ 1539 ਤੱਕ ਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕੁੱਲ ਉਮਰ 70 ਸਾਲ ਹੈ, ਕਿਉਂਕਿ ਗੁਰਤਾ ਗੱਦੀ ਦੇ ਉੱਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਲਹਿਣਾ ਜੀ ਨੂੰ ਪਹਿਲਾਂ ਹੀ ਬਿਰਾਜਮਾਨ ਕਰ ਦਿੱਤਾ ਹੈ। ਉਸ ਘਟਨਾ ਦਾ ਜ਼ਿਕਰ ਅਸੀਂ ਨਹੀਂ ਕੀਤਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸੇ ਗੱਲ ਦੇ ਨਾਲ ਜੋੜਿਆ ਕਿ ਭਾਈ ਸਰੀਰ ਜੋ ਹੈ ਉਹ ਇੱਕ ਨਾ ਇੱਕ ਦਿਨ ਬਿਨਸ ਜਾਵੇਗਾ, ਔਰ ਗੁਰਤਾ ਗੱਦੀ ਦੀ ਜਿਹੜੀ ਦਾਤ ਹੈ ਉਹ ਤੇ ਅਕਾਲੀ ਦਾਤ ਹੈ, ਰੱਬੀ ਦਾਤ ਹੈ। ਜਿਸ ਨੂੰ ਇਹ ਮਿਲਣੀ ਹੈ ਇਹ ਉਸ ਨੂੰ ਹੀ ਮਿਲੇਗੀ। ਇਸ ਲਈ ਕਿਸੇ ਨੇ ਕਿਸੇ ਤਰੀਕੇ ਦਾ ਰੰਜ ਚਿੰਤਾ ਇਸ ਗੱਲ ਦੇ ਉੱਤੇ ਗੁੱਸਾ ਨਹੀਂ ਕਰਨਾ ਹੈ। ਭਾਈ
ਪ੍ਰਿੰਸੀਪਲ ਸਤਬੀਰ ਸਿੰਘ ਹੋਣੀ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੰਸਕਾਰ ਜੋ ਹੈ ਉਹ ਉੱਥੋਂ ਦੇ ਜਿਹੜੇ ਉਸ ਵੇਲੇ ਦੇ ਰਹਿਣ ਵਾਲੇ ਸਿੱਖ ਨੇ ਔਰ ਹਿੰਦੂ ਮੁਸਲਮਾਨ ਇਹਨਾਂ ਸਾਰਿਆਂ ਨੇ ਮਿਲ ਕੇ ਕੀਤਾ ਹੈ। ਔਰ ਜੇਕਰ ਉਹਨਾਂ ਦਾ ਹੀ ਹਵਾਲਾ ਪੜ੍ਹੀਏ ਤਾਂ ਕਹਿੰਦੇ ਨੇ ਕਿ ਮੁਸਲਮਾਨਾਂ ਦੇ ਵੱਲੋਂ ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ ਇੱਕ ਵੱਖਰਾ ਅਸਥਾਨ ਕਾਇਮ ਕਰ ਲਿਆ ਗਿਆ ਔਰ ਹਿੰਦੂਆਂ ਦੇ ਵੱਲੋਂ ਇੱਕ ਵੱਖਰਾ ਅਸਥਾਨ ਕਾਇਮ ਕਰ ਲਿਆ ਗਿਆ। ਆਪਣੇ ਆਪਣੇ ਇਸ਼ਟ ਨੂੰ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਤੀ ਅਕੀਦਾ ਜਤਾਉਂਦੇ ਰਹੇ, ਪਰ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸ਼ਾਇਦ ਇਹ ਗੱਲ ਮਨਜ਼ੂਰ ਨਹੀਂ ਸੀ। ਇਸ ਕਰਕੇ ਜਦੋਂ ਰਾਵੀ ਦਰਿਆ ਦੇ ਵਿੱਚ ਪਾਣੀ ਚੜ੍ਹਿਆ ਹੈ ਅਤੇ ਉਹਦੇ ਨਾਲ ਇਹ ਜਿਹੜੀਆਂ ਯਾਦਗਾਰਾਂ ਨੇ ਉਹ ਮਿਟ ਗਈਆਂ ਨੇ। ਸਤਿਗੁਰੂ ਦੀ ਯਾਦ ਦੇ ਵਿੱਚ ਹੁਣ ਵੀ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਜੋ ਹੈ ਉਹ ਸੁਭਾਏਮਾਨ ਹੈ। ਪਿਛਲੇ ਸਮੇਂ ਦੇ ਵਿੱਚ ਹੀ ਇਸ ਗੁਰਦੁਆਰਾ ਸਾਹਿਬ ਦਾ ਲਾਂਘਾ ਜੋ ਹੈ ਉਹ ਹਿੰਦੁਸਤਾਨ ਦੀ ਸੰਗਤ ਦੇ ਲਈ ਖੁੱਲ੍ਹਾ ਹੈ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਰਤਾਰਪੁਰ ਸਾਹਿਬ ਵਿਖੇ ਜੋ ਕਿ ਪਾਕਿਸਤਾਨ ਦੇ ਵਿੱਚ ਹੈ 1539 ਨੂੰ ਜੋਤੀ ਜੋਤ ਸਮਾਏ ਨੇ। ਔਰ ਜੇਕਰ ਭਾਈ ਗੁਰਦਾਸ ਸਾਹਿਬ ਜੀ ਦੇ ਸ਼ਬਦਾਂ ਦੇ ਵਿੱਚ ਵੇਖੀਏ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹ ਸਾਧੂ ਹੈ, ਉਹ ਸਤਿਗੁਰੂ ਹੈ, ਉਹ ਮਹਾਂਪੁਰਸ਼ ਹੈ ਜਿਹੜੇ ਸਤਿਗੁਰੂ ਜਿਨ੍ਹਾਂ ਦੇ ਲਈ ਉਹ ਸ਼ਬਦ ਵਰਤਦੇ ਨੇ ਕਿ ਹਿੰਦੂ ਮੁਸਲਮਾਨ ਨਿਵਾਇਆ। ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਹਿੰਦੂ ਅਤੇ ਮੁਸਲਮਾਨਾਂ ਨੂੰ ਨਿਵਾਇਆ ਹੈ, ਭਾਵ ਕਿ ਆਪਣੇ ਅਕੀਦੇ ਦੇ ਹੇਠ ਲੈ ਕੇ ਆਂਦਾ ਹੈ। ਭਾਵ ਕੀ ਹੈ ਕਿ ਹਿੰਦੁਸਤਾਨ ਦਾ ਲਗਭਗ ਦੁਨੀਆ ਦਾ ਇਹੋ ਜਿਹਾ ਇੱਕੋ ਇੱਕ ਪੈਗੰਬਰ ਹੈ ਜਿਹਨੂੰ ਸਾਰੇ ਹੀ ਆਪਣਾ ਆਗੂ ਮੰਨਦੇ ਨੇ, ਚਾਹੇ ਹਿੰਦੂ ਨੇ ਚਾਹੇ ਮੁਸਲਮਾਨ ਨੇ, ਸਾਰੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਤਿਕਾਰ ਕਰਦੇ ਨੇ। ਦੁਨੀਆ ਦਾ ਇੱਕ ਐਸਾ ਆਗੂ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹ ਨੇ ਜਿਨ੍ਹਾਂ ਦੇ ਬਾਰੇ ਗੁਰੂ ਸਾਹਿਬਾਨ ਨੇ ਵੀ ਇਸ ਗੱਲ ਨੂੰ ਬੋਲਿਆ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਨੇ। ਇਸ ਕਰਕੇ ਗੁਰੂ ਨਾਨਕ ਸਾਹਿਬ ਦੁਨੀਆ ਦੀ ਉਹ ਮਹਾਨ ਹਸਤੀ ਹੈ ਜਿਹਨੂੰ ਅਸੀਂ ਪੜ੍ਹਦੇ ਹਾਂ ਹੈ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਗੁਰੂ ਨਾਨਕ ਜਿਹੜਾ ਹੈ ਹਰੀ ਨੇ ਆਪ ਹੀ ਜੋਤ ਰੂਪ ਦੇ ਵਿੱਚ ਆ ਕੇ ਅਤੇ ਗੁਰੂ ਨਾਨਕ ਆਪਣੇ ਆਪ ਨੂੰ ਅਖਵਾਇਆ ਹੈ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹੜੇ ਨੇ ਉਹ ਇਸ਼ਟਾਂ ਦੇ ਇਸ਼ਟ ਨੇ, ਗੁਰੂਆਂ ਦੇ ਗੁਰੂ ਨੇ। ਜਦੋਂ ਸੰਸਾਰ ਨੂੰ ਛੱਡ ਕੇ ਜਾਂਦੇ ਨੇ ਅਤੇ ਸੁਭਾਵਿਕ ਜੀ ਗੱਲ ਹੈ ਕਿ ਸਾਰਿਆਂ ਦੇ ਮਨ ਦੇ ਵਿੱਚ ਇਸ ਗੱਲ ਦਾ ਇੱਕ ਵਾਰ ਜੋ ਹੈ ਉਹ ਦੁੱਖ ਹੋਣਾ ਹੈ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਪਾਸੇ ਤੋਂ ਸੰਗਤ ਨੂੰ ਰੋਕਿਆ ਹੈ ਔਰ ਇਸ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੰਤਿਮ ਸਮੇਂ ਦੀ ਮਰਿਆਦਾ ਨਿਭਾਈ ਗਈ ਹੈ। ਸੋ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਹੈ। ਸਰਬੱਤ ਸੰਗਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਸ ਪਾਵਨ ਦਿਹਾੜੇ ਨੂੰ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਮਨਾ ਰਹੀਆਂ ਹਨ। ਸੋ ਸਤਿਗੁਰੂ ਕਿਰਪਾ ਕਰਨ, ਸਤਿਗੁਰੂ ਦੀ ਬਾਣੀ ਦੇ ਨਾਲ ਅਸੀਂ ਜੁੜੀਏ, ਸਾਡੇ ਇਹ ਦਿਨ ਮਨਾਏ ਹੋਏ ਸਫਲ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।